ਭਾਗ 8 ਵਿੱਚ ਆਪਾਂ ਗੱਲ ਖਤਮ ਕੀਤੀ ਸੀ ਕਿ ਕਿਵੇਂ ਇੱਕ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਕਤਲੇਆਮ ਹੋਇਆ। ਆਪਣਿਆਂ ਦੁਆਰਾ ਹੀ। ਪੰਜਾਬ ਵਿੱਚ ਵਸਦੇ ਹਰ ਇੱਕ ਸਿੱਖ ਅਤੇ ਹਿੰਦੂ ਨੂੰ ਉਸ ਮਹਾਰਾਜਾ ਰਣਜੀਤ ਸਿੰਘ ਉੱਪਰ ਬਹੁਤ ਮਾਣ ਹੈ, ਪਰ ਪਰਿਵਾਰ ਅਤੇ ਵਾਰਸਾਂ ਦੇ ਸ਼ਰਮਨਾਕ ਖਾਤਮੇ ਤੇ ਸ਼ਰਮਿੰਦਗੀ ਵੀ ਉਨੀ ਹੀ ਹੈ। ਜੇ ਇਤਿਹਾਸ ਤੋਂ ਕੁਝ ਸਬਕ ਸਿੱਖ ਲਈਏ ਤਾਂ ਚੰਗਾ ਹੈ, ਨਹੀਂ ਤਾਂ ਬਸ ਫੜਾਂ ਤੇ ਸ਼ੇਖੀਆਂ ਮਾਰ ਮਿਥਿਹਾਸ ਬਣਾ ਦਿੰਦੇ ਹਾਂ ਅਸੀਂ ਆਪਣੇ ਮਾਣਮੱਤੇ ਇਤਿਹਾਸ ਨੂੰ। ਮੁਗਲਾਂ, ਤੁਰਕਾਂ, ਅਫਗਾਨਾਂ ਦੇ ਸ਼ਾਸਕ ਨੂੰ ਗੰਗਾ ਅਰਬੀ ਤਹਿਜੀਬ ਕਹਿਣ ਦੀ ਥਾਂ ਗੰਗਾ ਜਮਨੀ ਤਹਿਜੀਬ ਕਹਿ ਸੋਹਲੇ ਗਾਉਣ ਵਾਲੇ ਵੱਡੇ ਵੱਡੇ ਇਤਿਹਾਸਕਾਰ, ਨੇਤਾ, ਪੱਤਰਕਾਰ ਮਿਲ ਜਾਣਗੇ, ਜੋ ਉਹਨਾਂ ਦੇ ਢਾਹੇ ਜ਼ੁਲਮਾਂ ਨੂੰ ਉੱਕਾ ਹੀ ਭੁਲਾ ਗੱਲ ਕਰਦੇ ਹਨ। ਪਰ ਸਾਡੇ ਕੋਲ ਗੁਰੂ ਨਾਨਕ ਦੀ ਸੋਚ ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਹੈ, ਪੱਕੇ ਕਾਗਜ਼ੀ ਸਬੂਤਾਂ ਨਾਲ। ਪਤਾ ਨਹੀਂ ਅਸੀਂ ਕਿਉਂ ਨਹੀਂ ਗੱਲ ਕਰਦੇ। ਸਬੂਤ ਲਈ ਉਹਦੇ ਰਾਜ ਵਿੱਚ ਵੱਡੇ ਮੰਤਰੀ, ਜਰਨੈਲ, ਜਿਨ੍ਹਾਂ ਤੋਂ ਅੱਤ ਦਾ ਯੋਧਾ ਜਰਨੈਲ ਹਰੀ ਸਿੰਘ ਨਲਵਾ, ਦੱਸਣ ਦੀ ਜ਼ਰੂਰਤ ਨਹੀਂ ਇਹਨਾਂ ਬਾਰੇ ਕੁਝ ਵੀ। ਇਹਨਾਂ ਦੀ ਸ਼ਖਸੀਅਤ ਆਪਣੇ ਆਪ ਹੀ ਬੋਲਦੀ ਹੈ। ਅਜੀਜ਼ੁਦੀਨ ਵਰਗਾ ਮੁਸਲਿਮ ਵਿਦਵਾਨ ਜੋ ਵਿਦੇਸ਼ ਨੀਤੀ ਸਾਂਭਦਾ ਸੀ, ਅਤੇ ਹਿੰਦੂ ਪੰਡਤ ਦੀਨਾਨਾਥ ਖਜ਼ਾਨਾ ਮੰਤਰੀ, ਕੀ ਕਿਸੇ ਨੂੰ ਘੱਟ ਮਾਣ ਸਤਿਕਾਰ ਮਿਲਦਾ ਹੋਊ ਜਾਂ ਆਪਣਾਪਣ ਮਿਲਦਾ ਹੋਊ? ਗੁਰੂ ਦੇ ਸਿਰਜੇ ਸਮਾਜ ਦੀ ਕਲਪਨਾ ਬਹੁਤ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਕੀਤੀ। ਹਾਂ, ਖਾਸ ਗੱਲ ਉਸ ਦਾ ਸ਼ਾਹੀ ਝੰਡਾ ਵਿੱਚ ਦੁਰਗਾ ਜਾਂ ਕਾਲੀ ਚੋਂ ਕੋਈ ਸ਼ਸਤਰ ਲੈ ਕੇ ਅਤੇ ਹਨੂਮਾਨ ਸੇਵਾ ਤੇ ਭਗਤੀ ਸ਼ਕਤੀ ਦਾ ਪ੍ਰਤੀਕ ਝੰਡੇ ਵਿੱਚ ਹਨ। ਦਸ਼ਮੇਸ਼ ਪਿਤਾ ਦੀ ਬਣਾਈ ਖਾਲਸਾ ਕੌਮ ਨੂੰ ਅੰਗਰੇਜ਼ਾਂ ਨੇ ਬਹੁਤ ਚਲਾਕੀ ਨਾਲ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਕਿਵੇਂ ਕੀਤਾ ਇਹਦੀ ਵੀ ਗੱਲ ਕਰਾਂਗੇ ਅੱਗੇ। ਪਰ ਅੱਜ ਅੰਗਰੇਜ਼ ਮੁਖਾਲਫ ਦੇ ਸਿੱਖ ਦਸ਼ਮੇਸ਼ ਪਿਤਾ ਦੇ ਸਿੱਖਾਂ ਉੱਤੇ ਹਰ ਧਰਾ ਭਾਰੀ ਨੇ। ਨਫ਼ਰਤ ਦੇ ਮਾਰੇ ਸਿੱਖਾਂ ਦੇ ਇਤਿਹਾਸਿਕ ਧਾਰਮਿਕ ਗ੍ਰੰਥਾਂ ਨੂੰ ਹੀ ਰੱਦ ਕਰੀ ਜਾ ਰਹੇ ਹਨ। 100-200 ਹਥਿਆਰ ਬੰਦਿਆਂ ਦੇ ਸਿਰ ਤੇ ਆਪਣੀ ਹਰ ਗੱਲ ਮਨੋਤ ਮਨਵਾ ਸਭ ਦੇ ਸਿਰ ਥੋਪ ਰਹੇ ਹਨ। ਚਲੋ ਵਿਸਤਾਰ 'ਚ ਤਾਂ ਗੱਲ ਅੱਗੇ ਕਰਾਂਗੇ। ਸਿੱਖਾਂ ਦਾ ਧਾਰਮਿਕ ਨਿਸ਼ਾਨ ਸ਼੍ਰੀ ਨਿਸ਼ਾਨ ਸਾਹਿਬ ਹੈ, ਨਾ ਕੋਈ ਸ਼ੱਕ ਅਤੇ ਨਾ ਹੀ ਕੋਈ ਵਿਵਾਦ। ਪਰ ਰਣਜੀਤ ਸਿੰਘ ਦੇ ਰਾਜ ਦੇ ਸ਼ਾਹੀ ਝੰਡੇ ਨੂੰ ਕੋਈ ਝੁਠਲਾ ਸਕਦਾ ਹੈ? ਉਸ ਦੀ ਸਿੱਖੀ ਵਿੱਚ ਕੋਈ ਕਮੀ ਸੀ, ਜਾਂ ਉਹ ਸਿੱਖ ਹੀ ਨਹੀਂ ਸੀ? ਸਿੱਖਾਂ ਦਾ ਪਹਿਲਾ ਰਾਜਾ ਜਾਂ ਮਹਾਰਾਜਾ ਕਹਿਣ ਵੇਲੇ ਤਾਂ ਅਸੀਂ ਰਣਜੀਤ ਸਿੰਘ ਨੂੰ ਝੱਟ ਆਪਣੇ ਮੂੰਹ ਤੇ ਲੈ ਆਉਂਦੇ ਹਾਂ, ਪਰ ਬਾਕੀ ਗੱਲਾਂ ਤੇ ਮੌਨ ਮਤਲਬ ਚੁੱਪ ਕਿਉਂ? ਰਣਜੀਤ ਸਿੰਘ ਦੇ ਆਖਰੀ ਬਚੇ ਪੁੱਤਰ ਜਿੰਦਾ ਦੀ ਕੁੱਖੋਂ ਜੰਮੇ ਦਲੀਪ ਸਿੰਘ ਦੇ ਈਸਾਈ ਅਤੇ ਫਿਰ ਸਿੱਖ ਬਣਨ, ਅਤੇ ਫਿਰ 1893 ਵਿੱਚ ਫਰਾਂਸ ਵਿੱਚ ਦਲੀਪ ਸਿੰਘ ਦੇ ਮਰਨ ਤੇ ਮਾਣਮੱਤਾ ਇਤਿਹਾਸ ਪੰਨਿਆਂ ਵਿੱਚ ਖੋ ਗਿਆ। ਸਿੱਖਾਂ ਵਿੱਚ ਮਹਾਰਾਜੇ ਦੀ ਗੱਲ ਚੱਲੀ ਸੀ ਤਾਂ ਰਣਜੀਤ ਸਿੰਘ ਨੇ ਤਾਂ 1801 ਈਸਵੀ ਵਿੱਚ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀ। ਪਰ ਉਸ ਤੋਂ ਕਿਤੇ ਪਹਿਲਾਂ, ਲਗਭਗ 37 ਕੁ ਸਾਲ ਪਹਿਲਾਂ, ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਤਾਂ 1764 ਈਸਵੀ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਬਾਬਾ ਆਲਾ ਸਿੰਘ ਨੂੰ ਮਹਾਰਾਜਾ ਦੀ ਪਦਵੀ ਨਾਲ ਨਵਾਜਿਆ ਸੀ। ਸੋ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਪਹਿਲਾ ਮਹਾਰਾਜਾ ਕੌਣ ਹੋਇਆ ਪੰਜਾਬ ਵਿੱਚ। ਚਲੋ ਹੁਣ ਪਟਿਆਲੇ ਦੇ ਰਾਜ ਘਰਾਣੇ ਬਾਰੇ ਮੁੱਢਲੀ ਜਾਣਕਾਰੀ ਦੇ ਦਿੰਦਾ ਹਾਂ। ਬਾਅਦ ਮੁਗਲ ਰਾਜ ਪੂਰੀ ਤਰ੍ਹਾਂ ਖਤਮ ਹੋ ਗਿਆ ਅਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ, ਅਤੇ ਰਣਜੀਤ ਸਿੰਘ ਦਾ ਪੰਜਾਬ ਵਿੱਚ 1849 ਵਿੱਚ ਖਤਮ ਹੋ ਗਿਆ। 1947 ਤੋਂ ਬਾਅਦ ਅੰਗਰੇਜ਼ਾਂ ਮਤਲਬ ਚਿੱਟੀ ਚਮੜੀ ਵਾਲੇ ਅੰਗਰੇਜ਼ਾਂ ਤੋਂ ਤਾਂ ਮੁਕਤੀ ਮਿਲ ਗਈ। ਹਾਲੇ ਤੱਕ ਅੰਗਰੇਜ਼ੀ ਪ੍ਰਸਤ ਭੂਰੀ ਕਾਲੀ ਚਮੜੀ ਵਾਲੇ ਅੰਗਰੇਜ਼ ਸਾਡੀ ਜ਼ਹਿਨੀਅਤ ਸੋਚ ਉੱਪਰ ਬਹੁਤ ਡੂੰਘੇ ਤੱਕ ਰਾਜ ਕਰ ਰਹੇ ਹਨ। ਸਾਡੇ ਵਿੱਚ ਜੋ ਇਨਫੀਰਿਟੀ ਕੰਪਲੈਕਸ ਹੈ ਉਹ ਪਿੰਡ ਪਿੰਡ ਗੁਰੂ ਘਰ ਬਣਾ ਵੀ ਨਹੀਂ ਨਿਕਲਿਆ।
ਅਸੀਂ ਇਤਿਹਾਸ ਤਾਂ ਕੀ, ਸਿੱਖੀ ਵੀ ਅੰਗਰੇਜ਼ਾਂ ਦੇ ਤਰਾਜੂ ਤੇ ਤੋਲਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਕੀ, ਪੈਮਾਨਾ ਹੀ ਉਹੀ ਹੈ। ਚਲੋ ਫੇਰ ਵਿਸ਼ੇ ਤੇ ਆਉਂਦੇ ਹਾਂ। 1764 ਵਿੱਚ ਬਾਬਾ ਆਲਾ ਸਿੰਘ ਪਟਿਆਲੇ ਘਰਾਣੇ ਤੋਂ ਪਹਿਲੇ ਮਹਾਰਾਜਾ ਬਣੇ, ਪਰ 1765 ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮਹਾਰਾਣੀ ਦੇ ਹੁਕਮ ਤੇ ਉਹਨਾਂ ਦੇ 18 ਸਾਲ ਦੇ ਪੋਤੇ ਅਮਰ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ। ਗੱਲ ਬਹੁਤ ਹੀ ਸੰਖੇਪ ਵਿੱਚ ਕਰਾਂਗੇ। ਵਿਸਤਾਰ ਵਿੱਚ ਜਾਣ ਤੇ ਤਾਂ ਗ੍ਰੰਥ ਲਿਖੇ ਜਾ ਸਕਦੇ ਹਨ ਅਤੇ ਬਹੁਤ ਪੁਸਤਕਾਂ ਲਿਖੀਆਂ ਵੀ ਗਈਆਂ ਹਨ, ਜਿਨ੍ਹਾਂ ਵਿੱਚੋਂ ਹੀ ਹਵਾਲੇ ਲਏ ਜਾਂਦੇ ਹਨ। ਅਹਿਮਦ ਸ਼ਾਹ ਅਬਦਾਲੀ ਨੇ ਆਖਰੀ ਹਮਲਾ 1767 ਈਸਵੀ ਵਿੱਚ ਕੀਤਾ ਸੀ। ਇਸ ਵਾਰ ਉਸਨੇ ਸਰਹੰਦ ਦਾ ਰਾਜ ਭਾਗ ਵੀ ਮਹਾਰਾਜਾ ਅਮਰ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਤੋਂ ਖੁਸ਼ ਹੋ ਕੇ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਦਰਾਨੀ ਦੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ। ਇਸ ਮਹਾਰਾਜੇ ਦੀ 1781 ਈਸਵੀ ਵਿੱਚ ਮੌਤ ਹੋਈ। ਫਿਰ ਉਸ ਦਾ ਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਿਆ। ਉਸ ਵੇਲੇ ਉਸ ਦੀ ਉਮਰ 7 ਸਾਲ ਹੀ ਸੀ। ਇਸੇ ਸਾਹਿਬ ਸਿੰਘ ਨੇ ਵੱਡੇ ਹੋ ਕੇ ਲਾਹੌਰ ਤੇ ਕਾਬਜ ਮਹਾਰਾਜਾ ਰਣਜੀਤ ਸਿੰਘ ਖਿਲਾਫ 1808 ਈਸਵੀ ਵਿੱਚ ਅੰਗਰੇਜ਼ਾਂ ਨਾਲ ਸੰਧੀ ਕੀਤੀ। ਪਟਿਆਲਾ ਹੁਣ ਅੰਗਰੇਜ਼ਾਂ ਦੀ ਸੁਰੱਖਿਆ ਵਿੱਚ ਸੀ। 1813 ਈਸਵੀ ਵਿੱਚ ਸਾਹਿਬ ਸਿੰਘ ਦੀ ਮੌਤ ਤੋਂ ਬਾਅਦ ਕਰਮ ਸਿੰਘ ਗੱਦੀ ਉੱਪਰ ਬੈਠੇ। ਇਹਨਾਂ ਨੇ ਗੋਰਖਿਆਂ ਖਿਲਾਫ 1814 ਈਸਵੀ ਵਿੱਚ ਅੰਗਰੇਜ਼ਾਂ ਦੀ ਜੰਗੀ ਮਦਦ ਕੀਤੀ। ਅੰਗਰੇਜ਼ੀ ਵਿਕਟੋਰੀਆ ਸਰਕਾਰ ਨੇ ਖੁਸ਼ ਹੋ ਸ਼ਿਮਲੇ ਦੇ 16 ਪਰਗਨੇ ਇਨਾਮ ਵਿੱਚ ਦਿੱਤੇ। 2,80,000 ਦਾ ਕਹਿੰਦੇ ਇਹਨਾਂ ਅੰਗਰੇਜ਼ਾਂ ਨੂੰ ਨਜ਼ਰਾਨਾ ਪੇਸ਼ ਕੀਤਾ ਸੀ ਉਸ ਸਮੇਂ। ਇਹ ਸਭ ਗੁਜ਼ਰੇ ਹੋਏ ਇਤਿਹਾਸ ਦੀਆਂ ਗੱਲਾਂ ਨੇ। ਉਮੀਦ ਹੈ ਜਾਣਕਾਰੀ ਵਜੋਂ ਹੀ ਲਿਆ ਜਾਵੇਗਾ ਇਤਿਹਾਸ ਦੀ। ਮਹਾਰਾਜਾ ਕਰਮ ਸਿੰਘ ਦੀ ਮੌਤ ਤੋਂ ਬਾਅਦ ਨਰਿੰਦਰ ਸਿੰਘ ਗੱਦੀ ਤੇ ਬੈਠੇ ਪਟਿਆਲਾ ਰਿਆਸਤ ਦੀ। ਮਹਾਰਾਜਾ ਰਣਜੀਤ ਸਿੰਘ ਰਾਜ ਖਿਲਾਫ 1845-46 ਦੇ ਪਹਿਲੇ ਯੁੱਧ ਵਿੱਚ ਇਸੇ ਮਹਾਰਾਜਾ ਨਰਿੰਦਰ ਸਿੰਘ ਨੇ ਅੰਗਰੇਜ਼ਾਂ ਦੀ ਪੂਰੀ ਤਰ੍ਹਾਂ ਮਦਦ ਕੀਤੀ। ਅੰਗਰੇਜ਼ਾਂ ਨੇ ਖੁਸ਼ ਹੋ ਕੇ ਕਈ ਉਪਾਧੀਆਂ ਬਖਸ਼ੀਆਂ। ਮਹਾਰਾਜਾ ਨਰਿੰਦਰ ਸਿੰਘ ਨੇ ਹੀ ਪਟਿਆਲੇ ਵਿੱਚ ਮੋਤੀ ਮਹਿਲ ਬਣਾਇਆ ਸੀ। ਪਟਿਆਲੇ ਦੀ ਸ਼ਾਨ ਮੋਤੀ ਮਹਿਲ ਪੁਰਾਤਨ ਵਿਰਾਸਤ ਅੱਜ ਵੀ ਚੰਗੀ ਹਾਲਤ ਵਿੱਚ ਮੌਜੂਦ ਹੈ। ਪਟਿਆਲਾ ਸ਼ਹਿਰ ਦੇ 10 ਦਰਵਾਜ਼ੇ ਮਤਲਬ ਗੇਟ ਇਹਨਾਂ ਸਮੇਂ ਹੀ ਬਣਵਾਏ ਗਏ ਸਨ। 1862 ਈਸਵੀ ਵਿੱਚ ਇਹਨਾਂ ਦੀ ਮੌਤ ਤੋਂ ਬਾਅਦ ਮਹਿੰਦਰ ਸਿੰਘ ਗੱਦੀ ਤੇ ਬੈਠੇ। ਖਾਸ ਗੱਲ ਮਹਾਰਾਜਾ ਮਹਿੰਦਰ ਸਿੰਘ ਨੇ ਹੀ ਪੰਜਾਬ ਵਿੱਚ ਵਗਦੀ ਸਰਹੰਦ ਨਹਿਰ ਬਣਵਾਈ ਸੀ। ਮਹਾਰਾਜਾ ਮਹਿੰਦਰ ਸਿੰਘ ਜੀ ਨੇ ਹੀ ਪਟਿਆਲੇ ਦਾ ਮਸ਼ਹੂਰ ਮਹਿੰਦਰਾ ਕਾਲਜ 1875 ਈਸਵੀ ਵਿੱਚ ਬਣਵਾਇਆ ਸੀ। ਅੱਜ ਵੀ ਯਾਦਗਾਰੀ ਕੁਝ ਕੰਮ ਇਸ ਮਹਾਰਾਜਾ ਮਹਿੰਦਰ ਸਿੰਘ ਵੇਲੇ ਹੀ ਹੋਏ ਸਨ। 1876 ਈਸਵੀ ਵਿੱਚ ਮੌਤ ਤੋਂ ਬਾਅਦ ਇਹਨਾਂ ਦੇ ਪੁੱਤਰ ਰਜਿੰਦਰ ਸਿੰਘ ਗੱਦੀ ਤੇ ਬੈਠੇ। 1892 ਈਸਵੀ ਵਿੱਚ ਪਹਿਲਾ ਹਵਾਈ ਜਹਾਜ਼ ਇਹਨਾਂ ਨੇ ਹੀ ਖਰੀਦਿਆ ਸੀ। ਰਾਜਪੁਰੇ ਤੋਂ ਬਠਿੰਡੇ ਰੇਲਵੇ ਲਾਈਨ ਵੀ ਇਹਨਾਂ ਵੇਲੇ ਹੀ ਵਿਛਾਈ ਗਈ। 1900 ਈਸਵੀ ਵਿੱਚ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਪੁੱਤਰ ਮਹਾਰਾਜਾ ਭੁਪਿੰਦਰ ਸਿੰਘ ਗੱਦੀ ਤੇ ਬੈਠੇ। ਇਹਨਾਂ ਦੇ ਕਿੱਸੇ ਤੁਸੀਂ ਸੁਣਦੇ ਹੀ ਰਹਿੰਦੇ ਹੋਣੇ, ਪਰ ਯਾਦਗਾਰ ਗੱਲ 1917 ਈਸਵੀ ਵਿੱਚ ਸਟੇਟ ਬੈਂਕ ਆਫ ਪਟਿਆਲਾ ਇਹਨਾਂ ਵੇਲੇ ਹੀ ਬਣਿਆ ਸੀ। ਇਹਨਾਂ ਨੇ ਹੀ ਪਟਿਆਲੇ ਕਾਫੀ ਮਸ਼ਹੂਰ ਮੰਦਿਰ ਕਾਲੀ ਮਾਤਾ ਮੰਦਿਰ ਬਣਵਾਇਆ ਸੀ। 23 ਮਾਰਚ 1928 ਈਸਵੀ ਵਿੱਚ ਮੌਤ ਤੋਂ ਬਾਅਦ ਆਖਰੀ ਸੁਤੰਤਰ ਮਹਾਰਾਜਾ ਬਣੇ ਸਨ ਯਾਦਵਿੰਦਰ ਸਿੰਘ। 5 ਮਈ 1948 ਵਿੱਚ ਪਟਿਆਲਾ ਰਿਆਸਤ ਭਾਰਤ ਵਿੱਚ ਮਿਲਾ ਦਿੱਤੀ ਗਈ। 1956 ਈਸਵੀ ਵਿੱਚ ਇਹ ਪੂਰੀ ਤਰ੍ਹਾਂ ਸੁਤੰਤਰ ਭਾਰਤ ਵਿੱਚ ਮਿਲ ਇਸ ਦਾ ਹਿੱਸਾ ਹੋ ਗਈ। ਪੈਪਸੂ ਇਸੇ ਪਟਿਆਲਾ ਰਾਜ ਪਰਿਵਾਰ ਵਿੱਚੋਂ ਹੁਣ ਉਹਨਾਂ ਦੇ ਪੁੱਤਰ ਅਮਰਿੰਦਰ ਸਿੰਘ ਹਨ, ਜੋ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਵੀ ਹਨ, ਕੈਪਟਨ ਅਮਰਿੰਦਰ ਸਿੰਘ। ਚਲੋ 2 ਖਾਸ ਯਾਦਗਾਰੀ ਮਹਾਰਾਜਿਆਂ ਦੀ ਗੱਲ ਖਤਮ ਕਰਦੇ ਹਾਂ। ਰਾਜੇ ਹੋਰ ਵੀ ਹੋਏ ਸਨ ਜਿਵੇਂ ਨਾਭੇ ਦੇ, ਪਰ ਜੀਵੰਤ ਇਹ 2 ਹੀ ਹਨ ਆਮ ਲੋਕਾਂ ਵਿੱਚ। ਇੱਕ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਤੇ ਦੂਜੇ ਅੱਜ ਵੀ ਸਾਡੇ ਸਾਹਮਣੇ ਮੌਜੂਦ ਹਨ। ਗੱਲਾਂ ਤਾਂ ਹੋਰ ਰਿਆਸਤਾਂ ਬਾਰੇ ਵੀ ਬਹੁਤ ਹਨ, ਕਿੱਸੇ ਕਹਾਣੀਆਂ ਵੀ ਬਹੁਤ ਹਨ,
ਪਰ ਇਤਿਹਾਸਕ ਮਹੱਤਵ ਵਿੱਚ ਇਹਨਾਂ ਨੂੰ ਹੀ ਪ੍ਰਮੁੱਖਤਾ ਦਿੰਦੇ ਹੋਏ ਗੱਲ ਅੱਜ ਵੱਲ ਲੈ ਆਉਂਦੇ ਹਾਂ। 1849 ਤੋਂ 1947 ਤੱਕ ਦਾ ਸਫ਼ਰ ਜਲਦ ਹੀ ਪੂਰਾ ਕਰਾਂਗੇ।